ਹੈਲੋ ਸਟੂਡੈਂਟਸ, ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਸਾਈ-ਫਾਈ ਸਟੱਡੀਜ਼ 'ਤੇ। ਆਪਾਂ ਇਸ ਚੈਨਲ ਉੱਪਰ ETT ਕੇਡਰ ਪੇਪਰ ਸਾਇੰਸ ਦੀ ਪ੍ਰੈਪਰੇਸ਼ਨ ਕਰ ਰਹੇ ਹਾਂ। ਆਪਾਂ ਨੇ 3rd ਚੈਪਟਰ ਯਾਨੀ ਕਿ ਗ੍ਰੈਵੀਟੇਸ਼ਨ ਸ਼ੁਰੂ ਕੀਤਾ ਹੋਇਆ, ਜਿਸ ਦਾ ਅੱਜ ਕੀ ਸੈਕਿੰਡ ਪਾਰਟ ਹੈ। ਆਈ ਹੋਪ ਤੁਸੀਂ ਸਭ ਨੇ ਫਸਟ ਪਾਰਟ ਹੈ ਜਿਹੜਾ ਦੇਖ ਲਿਆ ਹੋਣਾ। ਅੱਜ ਆਪਾਂ ਸੈਕਿੰਡ ਪਾਰਟ ਸ਼ੁਰੂ ਕਰਦੇ ਹਾਂ। ਅਗਰ ਕਿਸੇ ਨੂੰ ਵੀ ਕੁਝ ਸਮਝ ਨਹੀਂ ਆ ਰਿਹਾ ਜਾਂ ਕੋਈ ਡਾਊਟ ਹੈ, ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਡਾਊਟ ਕਲੀਅਰ ਕਰ ਸਕਦੇ ਹੋ। ਹਾਂਜੀ, ਅਗਰ ਵੀਡੀਓ ਚੰਗੀਆਂ ਲੱਗ ਰਹੀਆਂ ਨੇ ਤਾਂ ਚੈਨਲ ਨੂੰ ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ ਐਂਡ ਵੀਡੀਓਜ਼ ਨੂੰ ਲਾਈਕ ਕਰਿਓ। ਅੱਜ ਦਾ ਜੋ ਆਪਣਾ ਟੌਪਿਕ ਹੈ ਉਹ ਹੈ ਥਰਸਟ, ਯਾਨੀ ਕਿ ਧਕੇਲ ਬਲ। ਹੁਣ ਆਪਾਂ ਦੇਖਦੇ ਹਾਂ ਕਿ ਥਰਸਟ ਕੀ ਚੀਜ਼ ਹੁੰਦੀ ਹੈ। ਜਿਸ ਤਰ੍ਹਾਂ ਆਪਾਂ ਪੜ੍ਹਿਆ ਸੀ ਫੋਰਸ ਬਲ, ਉਸੇ ਤਰ੍ਹਾਂ ਨਾਲ ਕੀ ਹੁੰਦੀ ਹੈ ਥਰਸਟ ਹੁੰਦੀ ਹੈ। ਥਰਸਟ ਵੀ ਕੀ ਹੈ, ਇੱਕ ਫੋਰਸ ਹੀ ਹੈ, ਯਾਨੀ ਕਿ ਪੁਸ਼ ਜਾਂ ਪੁੱਲ ਕਰਨਾ, ਪੁਸ਼ ਕਰਨਾ ਹੀ ਕੀ ਹੈ, ਇੱਕ ਥਰਸਟ ਹੈ। ਠੀਕ ਹੈ, ਧਕੇਲ ਬਲ ਹੀ ਕੀ ਹੈ, ਫੋਰਸ ਹੀ ਇੱਕ ਥਰਸਟ ਹੈ। ਜਿਸ ਤਰ੍ਹਾਂ ਕਿ ਆਪਾਂ ਕੋਈ ਸਿਸਟਮ ਨੂੰ ਪੁਸ਼ ਕਰਦੇ ਹਾਂ, ਧੱਕਾ ਲਗਾਉਂਦੇ ਹਾਂ, ਤਾਂ ਉਹਦੇ ਵਿੱਚ ਕੀ ਐਕਸਲਰੇਸ਼ਨ ਹੁੰਦੀ ਹੈ। ਠੀਕ ਹੈ, ਉਹ ਕੀ ਹੈ, ਕਿਸੇ ਇੱਕ ਡਾਇਰੈਕਸ਼ਨ ਦੇ ਵਿੱਚ ਚਲਾ ਜਾਂਦਾ, ਮੂਵ ਕਰਦਾ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਕੀ ਹੋਇਆ, ਉਹਦੇ ਵਿੱਚ ਥਰਸਟ ਪੈਦਾ ਹੋਈ ਆ। ਠੀਕ ਹੈ, ਇਹ ਕੀ ਹੈ, ਜਸਟ ਐਜ਼ ਲਾਰਜ ਇਨ ਦਾ ਅਪੋਜ਼ਿਟ ਡਾਇਰੈਕਸ਼ਨ। ਹਮੇਸ਼ਾ ਕਿਹੜੀ ਦਿਸ਼ਾ ਦੇ ਵਿੱਚ, ਅਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਹੁੰਦੀ ਆ। ਕਿ ਆਪਾਂ ਨੇ ਕੋਈ ਚੀਜ਼ ਨੂੰ ਇਸ ਸਾਈਡ 'ਤੇ ਮੂਵ ਕਰਨਾ ਹੈ ਤਾਂ ਥਰਸਟ ਕਿੱਧਰੋਂ ਲੱਗੂਗੀ, ਇਸ ਸਾਈਡ ਤੋਂ। ਅਤੇ ਥਰਸਟ ਹਮੇਸ਼ਾ ਕੀ ਲੱਗਦੀ ਹੈ, ਪਰਪੈਂਡੀਕੂਲਰ ਲੱਗਦੀ ਆ, ਯਾਨੀ ਕਿ ਹਮੇਸ਼ਾ ਲੰਬ ਰੂਪ ਦੇ ਵਿੱਚ ਲੱਗਦੀ ਹੈ। ਸਮਝ ਆ ਗਿਆ। ਥਰਸਟ ਕੀ ਹੁੰਦੀ ਹੈ, ਇੱਕ ਤਰ੍ਹਾਂ ਦੀ ਫੋਰਸ ਹੀ ਹੁੰਦੀ ਹੈ ਜਿਹੜੀ ਕਿਸੇ ਵੀ ਓਬਜੈਕਟ 'ਤੇ, ਕਿਸੇ ਵੀ ਸਿਸਟਮ ਦੇ ਉੱਪਰ ਲੱਗਦੀ ਆ ਅਤੇ ਉਹਨੂੰ ਕੀ ਆ, ਪੁਸ਼ ਕਰਦੀ ਆ, ਧੱਕਾ ਲਗਾਉਂਦੀ ਆ। ਉਹਦੇ ਵਿੱਚ ਕੀ ਹੈ, ਪ੍ਰਵੇਗ ਲਿਆਉਂਦੀ, ਐਕਸਲਰੇਸ਼ਨ ਲਿਆਉਂਦੀ ਆ ਕਿਸੇ ਇੱਕ ਖਾਸ ਦਿਸ਼ਾ ਦੇ ਵਿੱਚ। ਠੀਕ ਹੈ, ਇਹਦੇ ਵਿੱਚ ਆਪਾਂ ਦੇਖਦੇ ਹਾਂ ਅੱਗੇ ਦਾ ਫੋਰਸ। ਇਹਦੀ ਸੈਕਿੰਡ ਡੈਫੀਨੇਸ਼ਨ ਕੀ ਹੈ, ਦਾ ਫੋਰਸ ਵਿਚ ਮੇਕ ਦਾ ਓਬਜੈਕਟ ਮੂਵ। ਕਿ ਉਹੀ ਜਿਹੀ ਫੋਰਸ ਜਿਹੜੀ ਕੀ ਹੈ, ਕਿਸੇ ਵੀ ਚੀਜ਼ ਨੂੰ ਕੀ ਹੈ, ਗਤੀ ਦੇ ਵਿੱਚ ਲਿਆਉਂਦੀ ਆ, ਗਤੀਸ਼ੀਲ ਕਰ ਦਿੰਦੀ ਆ, ਉਹਨੂੰ ਆਪਾਂ ਕੀ ਕਹਿੰਦੇ ਹਾਂ, ਥਰਸਟ ਕਹਿੰਦੇ ਹਾਂ। ਹਾਂਜੀ, ਦੇ ਐਗਜ਼ਾਮਪਲ ਦੇਖਦੇ ਹਾਂ ਆਪਾਂ। ਅ ਕਾਰ, ਦਾ ਫੋਰਸ ਪ੍ਰੋਡਿਊਸਡ ਬਾਏ ਦਾ ਇੰਜਨ ਮੇਕਿੰਗ ਦਾ ਕਾਰ ਮੂਵਮੈਂਟ ਫਾਰਵਰਡ। ਤਾਂ ਜਿਹੜੀ ਇੰਜਨ ਜਿਹੜੀ ਫੋਰਸ ਲਾਉਂਦਾ ਉਹ ਕੀ ਹੁੰਦੀ ਹੈ, ਥਰਸਟ ਹੁੰਦੀ ਹੈ, ਜਿਹਦੇ ਕਰਕੇ ਕੀ ਆ, ਕਾਰ ਹੈ ਜਿਹੜੀ ਅੱਗੇ ਵੱਲ ਨੂੰ ਚਲੀ ਜਾਂਦੀ ਆ, ਅੱਗੇ ਵੱਲ ਨੂੰ ਗਤੀ ਕਰ ਜਾਂਦੀ ਆ, ਉਹਨੂੰ ਆਪਾਂ ਕੀ ਕਹਿੰਦੇ ਹਾਂ, ਥਰਸਟ। ਵੀ ਜਿਹੜੀ ਫੋਰਸ ਇੰਜਨ ਨੇ ਲਗਾਈ ਆ ਕਾਰ ਦੇ ਉੱਪਰ, ਜਿਹਦੇ ਕਰਕੇ ਕੀ ਆ, ਕਾਰ ਅੱਗੇ ਨੂੰ ਚਲੀ ਗਈ, ਉਹਨੂੰ ਆਪਾਂ ਕਹਿੰਦੇ ਹਾਂ ਥਰਸਟ। ਸੈਕਿੰਡ ਹੈਗਾ, ਇਨ ਅ ਰੋਕਟ ਦਾ ਥਰਸਟ ਆਫ ਇੰਜਨ ਮੇਕ ਦਾ ਰੋਕਟ ਟੇਕ ਆਫ। ਕਿ ਰੋਕਟ ਨੂੰ ਉੱਪਰ ਜਾਣ ਦੇ ਵਿੱਚ ਕਿਹੜੀ ਫੋਰਸ ਨੀਚੋਂ ਧੱਕਾ ਦੇ ਰਹੀ ਆ, ਥਰਸਟ। ਠੀਕ ਹੈ, ਕਿਹੜਾ ਬਲ ਲੱਗ ਰਿਹਾ ਉਹਦੇ 'ਤੇ, ਥਰਸਟ ਲੱਗ ਰਹੀ ਹੈ, ਧਕੇਲ ਬਲ ਲੱਗ ਰਿਹਾ ਜਿਹੜਾ ਉਹਨੂੰ ਉੱਪਰ ਨੂੰ ਧੱਕ ਰਿਹਾ ਹੈਗਾ। ਠੀਕ ਹੈ, ਥਰਡ ਪੁਆਇੰਟ ਇਹਦਾ ਹੈਗਾ, ਥਰਸਟ ਇਜ਼ ਅ ਮਕੈਨੀਕਲ ਫੋਰਸ। ਮਕੈਨੀਕਲ ਫੋਰਸ ਕਿਹੜੀ ਹੁੰਦੀ ਹੈ, ਜਿਹੜੀ ਕੰਮ ਕਰਵਾਉਂਦੀ ਆ। ਠੀਕ ਹੈ, ਜਿਵੇਂ ਮਸ਼ੀਨਾਂ ਚੱਲਦੀਆਂ ਨੇ ਉਹਨਾਂ ਦੇ ਵਿੱਚ ਕਿਹੜੀ ਫੋਰਸ ਲੱਗ ਰਹੀ ਹੈ, ਮਕੈਨੀਕਲ ਫੋਰਸ ਲੱਗ ਰਹੀ ਹੈ। ਤਾਂ ਇਹ ਵੀ ਕੀ ਹੈ, ਇਹਨਾਂ ਦੇ ਕੰਮ ਕਰਾਉਣ ਦੇ ਵਿੱਚ ਕਿਹੜੀ ਫੋਰਸ ਮਦਦ ਕਰ ਰਹੀ ਹੈ, ਮਕੈਨੀਕਲ, ਯਾਨੀ ਕਿ ਜਿਹਨੂੰ ਆਪਾਂ ਥਰਸਟ ਵੀ ਕਹਿੰਦੇ ਹਾਂ। ਠੀਕ ਹੈ, ਅਤੇ ਥਰਸਟ ਮੈਂ ਤੁਹਾਨੂੰ ਦੱਸਿਆ ਸੀ ਕਿ ਹਮੇਸ਼ਾ ਲੰਬ ਰੂਪ ਦੇ ਵਿੱਚ ਕਿਰਿਆ ਕਰਦੀ ਹੈ, ਜਿਹਨੂੰ ਆਪਾਂ ਕਿਹਾ ਧਕੇਲ ਬਲ ਕਹਿੰਦੇ ਹਾਂ। ਵਸਤੂ ਦੇ ਉੱਪਰ ਜਿਹੜੀ ਲੰਬ ਰੂਪ ਦੇ ਵਿੱਚ ਲੱਗਦੀ ਹੈ, ਕਿਸੇ ਵੀ ਪਾਸਿਓਂ 90 ਡਿਗਰੀ 'ਤੇ ਲੱਗਦੀ ਆ, ਉਹਨੂੰ ਆਪਾਂ ਕਹਿੰਦੇ ਹਾਂ ਧਕੇਲ ਬਲ ਜਾਂ ਕਿ ਥਰਸਟ। ਕਲੀਅਰ। ਨੈਕਸਟ ਆਪਣੇ ਕੋਲ ਹੈਗਾ ਪ੍ਰੈਸ਼ਰ। ਕੀ ਚੀਜ਼ ਹੁੰਦੀ ਆ ਪ੍ਰੈਸ਼ਰ? ਕੀ ਇੱਕ ਸਿੰਪਲ ਮੈਥੇਮੈਟੀਕਲ ਕੁਆਂਟਿਟੀ ਆ। ਇਹਨੂੰ ਆਪਾਂ ਯਾਦ ਕਰ ਸਕਦੇ ਹਾਂ ਕਿ ਪ੍ਰੈਸ਼ਰ ਕੀ ਚੀਜ਼ ਹੁੰਦੀ ਹੈ, ਫੋਰਸ ਪਰ ਯੂਨਿਟ ਏਰੀਆ। ਕਿ ਇੱਕ ਆਪਣੇ ਕੋਲ ਇਹ ਖਾਸ ਏਰੀਆ ਹੈ, ਮੰਨ ਲਓ ਇਹ ਏਰੀਆ, ਇਹਦੇ ਉੱਪਰ ਆਪਾਂ ਪਰਪੈਂਡੀਕੂਲਰ ਕਿਸੇ ਵੀ ਦਿਸ਼ਾ ਦੇ ਵਿੱਚੋਂ ਲੰਬ ਰੂਪ ਦੇ ਵਿੱਚ ਕੀ ਆ, ਕੋਈ ਵੀ ਫੋਰਸ ਲਾ ਰਹੀ ਹਾਂ, ਇਹਨੂੰ ਆਪਾਂ ਫੋਰਸ ਵੀ ਕਹਿ ਸਕਦੇ ਹਾਂ, ਥਰਸਟ ਵੀ ਕਹਿ ਸਕਦੇ ਹਾਂ, ਕਿਉਂਕਿ ਥਰਸਟ ਅਤੇ ਫੋਰਸ ਸੇਮ ਚੀਜ਼ ਹੁੰਦੀ ਆ। ਪਰ ਯੂਨਿਟ ਏਰੀਆ, ਵੀ ਕਿਸੇ ਏਰੀਏ ਦੇ ਵਿੱਚ। ਇਹ ਵਾਲਾ ਆਪਾਂ ਨੇ ਕੀ ਹੈ, ਫਾਰਮੂਲਾ ਯਾਦ ਰੱਖਣਾ ਹੈ ਕਿ ਪ੍ਰੈਸ਼ਰ ਬਰਾਬਰ ਹੁੰਦਾ ਹੈ ਫੋਰਸ ਅਪੋਨ ਏਰੀਆ। ਏਰੀਆ ਯਾਨੀ ਕਿ ਖੇਤਰਫਲ। ਪ੍ਰੈਸ਼ਰ ਨੂੰ ਆਪਾਂ ਦਬਾਅ ਵੀ ਕਹਿ ਦਿੰਦੇ ਹਾਂ। ਦਬਾਅ ਬਰਾਬਰ ਕਾਹਦੇ ਹੁੰਦਾ, ਕਿੰਨੀ ਫੋਰਸ ਲਾਈ ਹੈ, ਕਿੰਨਾ ਬਲ, ਡਿਵਾਈਡ ਬਾਏ ਕਿੰਨੇ ਖੇਤਰਫਲ 'ਚ ਲਾਈ ਹੈ। ਠੀਕ ਹੈ, ਜਿੰਨਾ ਖੇਤਰਫਲ ਜ਼ਿਆਦਾ ਹੋਊਗਾ ਉਨਾ ਫੋਰਸ ਨੂੰ ਵੀ ਕੀ ਹੈ, ਜ਼ਿਆਦਾ ਹੋਣਾ ਪਊਗਾ। ਜੇ ਆਪਾਂ ਖੇਤਰਫਲ ਜ਼ਿਆਦਾ ਲੈ ਰਹੇ ਹਾਂ, ਫੋਰਸ ਘੱਟ ਲਗਾ ਰਹੇ ਹਾਂ, ਤਾਂ ਦਬਾਅ ਵੀ ਕੀ ਹੋਊਗਾ, ਘੱਟ ਹੋਊਗਾ। ਠੀਕ ਹੈ, ਇਨਵਰਸ ਪ੍ਰਪੋਰਸ਼ਨ ਦੇ ਵਿੱਚ ਨੇ। ਨੈਕਸਟ ਆਪਾਂ ਪੁਆਇੰਟ ਦੇਖਣਾ ਹੈ ਕਿ SI ਯੂਨਿਟ ਕੀ ਆ ਪ੍ਰੈਸ਼ਰ ਦੀ। ਆਪਾਂ ਨੂੰ ਪਤਾ ਹੈ ਕਿ ਫੋਰਸ ਨੂੰ ਆਪਾਂ ਕਿਹਦੇ ਵਿੱਚ ਮੈਜ਼ਰ ਕਰਦੇ ਹਾਂ, ਨਿਊਟਨ ਦੇ ਵਿੱਚ। ਏਰੀਆ ਕੀ ਹੁੰਦਾ, ਮੀਟਰ ਸਕੇਅਰ। ਤਾਂ ਫਿਰ ਪ੍ਰੈਸ਼ਰ ਦੀਆਂ ਯੂਨਿਟ ਕੀ ਬਣ ਗਈਆਂ, ਨਿਊਟਨ ਪਰ ਮੀਟਰ ਸਕੇਅਰ। ਠੀਕ ਹੈ, ਇਹਦੀ ਅਨਦਰ ਯੂਨਿਟ ਵੀ ਹੁੰਦੀ ਹੈ ਇੱਕ ਸਟੈਂਡਰਡ ਯੂਨਿਟ, ਜਿਹਨੂੰ ਆਪਾਂ ਕਹਿੰਦੇ ਹਾਂ ਪਾਸਕਲ। PA ਦੇ ਨਾਲ ਲਿਖਦੇ ਹਾਂ ਆਪਾਂ, ਇਹ ਕੀ ਹੁੰਦੀ ਆ, ਪਾਸਕਲ ਹੁੰਦੀ ਆ। ਆਪਾਂ ਨੇ ਪੜ੍ਹ ਲਿਆ ਥਰਸਟ ਦੇ ਬਾਰੇ ਐਂਡ ਪ੍ਰੈਸ਼ਰ ਦੇ ਬਾਰੇ। ਠੀਕ ਹੈ ਜੀ। ਨੈਕਸਟ ਆਪਣੇ ਕੋਲ ਹੈਗਾ ਪ੍ਰੈਸ਼ਰ ਇਨ ਫਲੂਇਡਸ। ਸਭ ਤੋਂ ਪਹਿਲਾਂ ਆਪਾਂ ਦੇਖਣਾ ਹੈ ਪ੍ਰੈਸ਼ਰ, ਆਪਾਂ ਨੂੰ ਪਤਾ ਲੱਗ ਗਿਆ ਕੀ ਹੁੰਦਾ, ਦਬਾਅ ਹੁੰਦਾ ਹੈਗਾ। ਫਲੂਇਡਸ ਕੀ ਹੁੰਦੇ ਨੇ, ਫਲੂਇਡ ਹੁੰਦੇ ਨੇ ਜਿਹੜੇ ਕੀ ਆ, ਫਲੋ ਕਰ ਸਕਦੇ ਆ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜਾ ਸਕਦੇ ਆ।
ਜਿਸ ਤਰ੍ਹਾਂ ਕਿ ਆਪਾਂ ਮੈਟਰ, ਜਿਹਨੂੰ ਪੰਜਾਬੀ 'ਚ ਮਾਦਾ ਕਹਿੰਦੇ ਆ, ਉਹਦੀਆਂ 3 ਕਿਸਮਾਂ ਪੜ੍ਹੀਆਂ ਨੇ ਆਪਾਂ ਨੇ, ਠੀਕ ਹੈ, ਸੋਲਿਡ, ਲਿਕੁਇਡ ਤੇ ਗੈਸ, ਠੀਕ ਹੈ। ਸੋਲਿਡ ਨੂੰ ਆਪਾਂ ਕਹਿੰਦੇ ਆ ਠੋਸ, ਲਿਕੁਇਡ ਨੂੰ ਆਪਾਂ ਕਹਿੰਦੇ ਆ ਤਰਲ ਜਾਂ ਦਰਵ, ਤੇ ਗੈਸ ਆਪਾਂ ਨੂੰ ਪਤਾ ਹੀ ਹੈ ਕੀ ਹੁੰਦੀ ਹੈ, ਗੈਸ ਹੁੰਦੀ ਆ, ਠੀਕ ਹੈ। ਤਾਂ ਇਹ ਦੋਨੇ ਲਿਕੁਇਡ ਤੇ ਗੈਸ ਦੋਨੇ ਕੀ ਹੈ, ਮੂਵ ਕਰ ਸਕਦੇ ਆ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜਾ ਸਕਦੇ ਆ, ਖੁਦ ਫਲੋ ਕਰ ਸਕਦੇ ਆ। ਤਾਂ ਇਹਨਾਂ ਦੋਨਾਂ ਨੂੰ ਇਕੱਠਿਆਂ ਨੂੰ ਕੀ ਕਹਿੰਦੇ ਆ ਆਪਾਂ, ਫਲੂਇਡ ਕਹਿੰਦੇ ਆ, ਜਿਹੜੇ ਫਲੋ ਕਰ ਸਕਦੇ ਆ, ਠੀਕ ਹੈ, ਤੈਰ ਸਕਦੇ ਆ। ਤਾਂ ਆਪਣੇ ਕੋਲ ਫਲੂਇਡ ਕੌਣ ਹੋ ਗਏ, ਇੱਕ ਲਿਕੁਇਡ ਤੇ ਇੱਕ ਗੈਸ। ਹੁਣ ਆਪਾਂ ਨੇ ਦੇਖਣਾ ਕਿ ਪ੍ਰੈਸ਼ਰ ਕਾਹਦੇ ਬਰਾਬਰ ਹੁੰਦਾ, ਪ੍ਰੈਸ਼ਰ ਕਾਹਦੇ ਬਰਾਬਰ ਹੈ, P = ਆਹ ਵਾਲੀ ਹੈ ਜਿਹੜੀ ਇੱਧਰਲੀ ਸਾਈਡ 'ਤੇ ਇਹ P ਨਹੀਂ ਹੈਗੀ, ਇਹਨੂੰ ਆਪਾਂ ਕਹਿੰਦੇ ਆ ਰੋ, ਇਹ ਇਸ ਤਰ੍ਹਾਂ ਨਾਲ ਆ ਥੋੜ੍ਹੀ ਜਿਹੀ, ਠੀਕ ਹੈ, ਰੋ ਕਹਿੰਦੇ ਆ ਇਹਨੂੰ ਆਪਾਂ। ਇਹ ਕੀ ਹੁੰਦੀ ਹੈ, ਡੈਂਸਿਟੀ ਹੁੰਦੀ ਹੈ, ਡੈਂਸਿਟੀ ਕੀ ਹੁੰਦੀ ਹੈ, ਘਣਤਾ, ਠੀਕ ਹੈ, ਕਿ ਕੋਈ ਚੀਜ਼ ਕਿੰਨੀ ਗਾੜੀ ਹੈ ਕਿੰਨੀ ਪਤਲੀ ਹੈ, ਉਹਨੂੰ ਆਪਾਂ ਕਹਿੰਦੇ ਆ ਡੈਂਸਿਟੀ ਜਾਂ ਘਣਤਾ, ਠੀਕ ਹੈ। ਡੈਂਸਿਟੀ ਕਾਹਦੇ ਬਰਾਬਰ ਹੁੰਦੀ ਹੈ, ਮਾਸ ਅਪੋਨ ਵੋਲਿਊਮ, ਕਿ ਕਿੰਨੀ ਵੋਲਿਊਮ ਦੇ ਵਿੱਚ, ਮੰਨ ਲਓ ਆਪਾਂ ਨੇ ਕਿ ਇੱਕ ਗਲਾਸ ਲਿਆ, ਇੱਕ ਗਲਾਸ ਦੇ ਵਿੱਚ ਇੱਕ ਗਲਾਸ ਪਾਣੀ ਦਾ ਭਰਿਆ ਹੋਇਆ, ਉਹਦੇ ਵਿੱਚ ਆਪਾਂ ਨੇ ਕੀ ਕਰਤਾ, ਇੱਕ ਗਲਾਸ ਹੀ ਕੀ ਹੈ ਚੀਨੀ ਪਾਤੀ, ਤਾਂ ਉਹਦੀ ਡੈਂਸਿਟੀ ਕੀ ਹੋਊ, ਜ਼ਿਆਦਾ, ਉਹ ਜ਼ਿਆਦਾ ਗਾੜਾ ਹੋਊਗਾ। ਅਗਰ ਆਪਾਂ ਨੇ ਇੱਕ ਚਮਚ ਪਾਇਆ ਤਾਂ ਉਹਦੀ ਡੈਂਸਿਟੀ ਕੀ ਹੋਊਗੀ, ਘੱਟ। ਤਾਂ ਡੈਂਸਿਟੀ ਮਾਸ 'ਤੇ ਡਿਪੈਂਡ ਕਰਦੀ ਹੈ ਕਿ ਕਿੰਨੀ ਵੋਲਿਊਮ ਦੇ ਵਿੱਚ ਕਿੰਨਾ ਮਾਸ, ਕਿੰਨੀ ਚੀਜ਼ ਪਾਈ ਆਪਾਂ ਨੇ, ਉਹਦੇ 'ਤੇ ਹੀ ਕੀ ਹੈ, ਘਣਤਾ ਨਿਰਭਰ ਕਰਦੀ ਆ। ਹੁਣ ਆਪਾਂ ਦੇਖਦੇ ਹਾਂ ਕਿ ਪ੍ਰੈਸ਼ਰ ਕਿਤੇ ਡਿਪੈਂਡ ਕਰਦਾ, ਡੈਂਸਿਟੀ 'ਤੇ। ਜੀ ਕੀ ਆਪਾਂ ਜੀ ਬਾਰੇ ਪੜ੍ਹਿਆ ਹੋਇਆ, ਕੀ ਹੁੰਦੀ ਹੈ, ਗ੍ਰੈਵਿਟੀ, ਜਿਹਨੂੰ ਆਪਾਂ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਵੀ ਕਹਿੰਦੇ ਆ। ਐਚ ਕੀ ਹੁੰਦੀ ਹੈ, ਹਾਈਟ, ਕਿ ਕਿੰਨੀ ਉਚਾਈ ਤੋਂ ਆਪਾਂ ਨੇ ਫਲੂਇਡ ਆ ਜਿਹੜਾ ਉਹਦੇ ਵਿੱਚ ਸਿੱਟਿਆ ਕਿਸੇ ਵੀ ਚੀਜ਼ ਦੇ ਵਿੱਚ, ਜਾਂ ਆਪਾਂ ਨੇ ਬੀਕਰ ਲਿਆ ਉਹਦੇ ਵਿੱਚ ਆਪਾਂ ਫਲੂਇਡ ਪਾਇਆ, ਉਹਦੇ ਵਿੱਚ ਕੋਈ ਹੋਰ ਚੀਜ਼ ਪਾਈ ਆ, ਤਾਂ ਕਿੰਨੀ ਹਾਈਟ 'ਤੇ ਤੈਰ ਰਹੀ ਆ, ਇਹ ਕੀ ਹੁੰਦੀ ਆ ਆਪਣੀ, ਐਚ ਹੁੰਦੀ ਆ। ਨੈਕਸਟ ਆਪਣੇ ਕੋਲ ਹੈਗਾ, ਦੇਖੋ ਇਹਦੇ ਵਿੱਚ ਪਤਾ ਲੱਗੂ ਆਪਾਂ ਨੂੰ ਕਿ ਆਪਾਂ ਕਿਵੇਂ ਦੇਖਾਂਗੇ। ਆਪਣੇ ਕੋਲੇ ਕੀ ਆ, ਮੰਨ ਲਓ ਆਹ ਕੀ ਆ, ਕੋਈ ਬੀਕਰ ਹੈ, ਇਹ ਵਾਲਾ ਕੋਈ ਆਪਾਂ ਨੇ ਬੀਕਰ ਲਿਆ, ਇਹਦੇ ਵਿੱਚ ਆਪਾਂ ਨੇ ਇੱਕ ਸਿਲੰਡਰ ਰੱਖਿਆ, ਕੋਈ ਆਬਜੈਕਟ ਸਿਲੰਡਰ, ਠੀਕ ਹੈ। ਇਹਦੇ 2 ਏਰੀਏ ਨੇ, ਆਹ ਵਾਲਾ ਫਸਟ ਏਰੀਆ, ਆਹ ਵਾਲਾ ਸੈਕੰਡ ਏਰੀਆ। ਉੱਪਰੋਂ ਜਿਹੜਾ ਪ੍ਰੈਸ਼ਰ ਲੱਗ ਰਿਹਾ ਉਹ ਕੀ ਹੈ, P1, ਨੀਚੋਂ ਜਿਹੜਾ ਪ੍ਰੈਸ਼ਰ ਲੱਗ ਰਿਹਾ ਉਹ ਕੀ ਹੈ, P2, ਤੇ ਇਹਦਾ ਖੁਦ ਦਾ ਸਿਲੰਡਰ ਦਾ ਵੇਟ ਕਿੰਨਾ ਹੈ, mg ਆ, ਠੀਕ ਹੈ। ਐਚ ਕੀ ਹੈ, P1 ਤੇ P2 ਦੇ ਵਿੱਚ ਜਿਹੜਾ ਡਿਫਰੈਂਸ ਹੈ ਉਹ ਕੀ ਹੈ, ਐਚ ਹੈ, ਯਾਨੀ ਕਿ ਜਾਂ ਆਪਾਂ ਕਹਿ ਸਕਦੇ ਹਾਂ ਕਿ ਸਿਲੰਡਰ ਦੀ ਟੋਟਲ ਹਾਈਟ ਕਿੰਨੀ ਹੈ, ਐਚ ਹੈ, ਠੀਕ ਹੈ। ਹੁਣ ਇਹ ਕੀ ਹੈ, ਫਲੂਇਡ ਦੇ ਵਿੱਚ ਤੈਰ ਰਿਹਾ ਹੈਗਾ, ਤਾਂ ਇਹ ਕੀ ਹੈ, ਨੀਚੇ ਜਾਊਗਾ, ਉੱਪਰ ਨੂੰ ਜਾਊਗਾ, ਜਾਂ ਇੱਕ ਜਗ੍ਹਾ 'ਤੇ ਹੀ ਖੜਾ ਰਹੂਗਾ, ਇਹ ਕਿਤੇ ਨਿਰਭਰ ਕਰਦਾ, ਪ੍ਰੈਸ਼ਰ ਦੇ ਉੱਪਰ। ਹੁਣ ਦੇਖੋ ਆਪਾਂ ਪੜ੍ਹਦੇ ਹਾਂ ਇੱਧਰ ਥਿਊਰੀ, ਦ ਪ੍ਰੈਸ਼ਰ ਐਗਜ਼ਰਟਡ ਬਾਈ ਫਲੂਇਡ ਐਟ ਐਨੀ ਪੁਆਇੰਟ ਇਨਸਾਈਡ ਇਟ, ਪ੍ਰੈਸ਼ਰ ਕੀ ਹੈ, ਕਿਸੇ ਵੀ ਪੁਆਇੰਟ 'ਤੇ ਫਲੂਇਡ ਦੇ ਵਿੱਚ ਜਿਹੜਾ ਲੱਗ ਰਿਹਾ ਇਨਸਾਈਡ ਦੇ ਵਿੱਚ, ਉਹ ਕੀ ਹੈ, ਪ੍ਰੈਸ਼ਰ ਹੈ, ਠੀਕ ਹੈ। ਜਦੋਂ ਆਪਾਂ ਪ੍ਰੈਸ਼ਰ ਦਾ ਡਿਫਰੈਂਸ ਕਰਦੇ ਹਾਂ ਦੋਨੇ ਲੈਵਲਾਂ ਦੇ ਵਿੱਚ, P1 ਤੇ P2 ਦੇ ਵਿੱਚ ਡਿਫਰੈਂਸ ਕਰਦੇ ਹਾਂ, ਤਾਂ ਉਹ ਕਿਹਦੇ 'ਤੇ ਡਿਪੈਂਡ ਕਰ ਰਹੇ ਆ, ਡੈਂਸਿਟੀ ਦੇ ਉੱਪਰ, ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਦੇ ਉੱਪਰ, ਤੇ ਹਾਈਟ ਦੇ ਉੱਪਰ। ਇਹਨਾਂ 3 ਚੀਜ਼ਾਂ 'ਤੇ ਡਿਪੈਂਡ ਕਰ ਰਹੇ ਆ, ਠੀਕ ਹੈ। ਚੇਂਜ ਇਨ ਪ੍ਰੈਸ਼ਰ P2 - P1 ਨੂੰ ਆਪਾਂ ਐਵੇਂ ਵੀ ਲਿਖ ਸਕਦੇ ਹਾਂ। ਇਹ ਵਾਲਾ ਫਾਰਮੂਲਾ ਆਪਾਂ ਨੇ ਲਰਨ ਕਰਨਾ, ਠੀਕ ਹੈ। ਇਹ ਵਾਲਾ ਕੰਸੈਪਟ ਆਪਾਂ ਕਿੱਥੇ ਯੂਜ਼ ਕਰਦੇ ਹਾਂ, ਜਿਵੇਂ ਕਹਿੰਦੇ ਆਪਾਂ ਕੀ ਕਰੀਏ, ਹੀਟ ਕਰੀਏ ਕਿਸੇ ਬੈਲੂਨ ਨੂੰ, ਆਪਾਂ ਨੂੰ ਪਤਾ ਕਿ ਹੀਟ ਕਰਕੇ ਕੋਈ ਵੀ ਚੀਜ਼ ਐਕਸਪੈਂਡ ਕਰਦੀ ਹੈ, ਫੈਲਦੀ ਆ, ਤਾਂ ਗੈਸ ਦੇ ਮੋਲੀਕਿਊਲ ਹੀਟ ਕਰਨ ਨਾਲ ਗਰਮ ਟੈਂਪਰੇਚਰ ਦੇ ਇੰਨਾ ਭੱਜਣ ਲੱਗ ਜਾਣਗੇ, ਤਾਂ ਕਿ ਇਹ ਗੈਸ ਕੀ ਹੈ, ਐਕਸਪੈਂਡ ਕਰ ਜੂਗੀ, ਉੱਥੇ ਇਹ ਜਿਹੜਾ ਫਿਨੋਮੀਨਾ ਯੂਜ਼ ਕੀਤਾ ਜਾਂਦਾ। ਨੈਕਸਟ ਆਪਣੇ ਕੋਲ ਹੈਗੀ ਹੈ ਬਾਇਓਂਸੀ ਫੋਰਸ, ਜਾਂ ਕਹਿੰਦੇ ਉਛਾਲ ਬਲ, ਠੀਕ ਹੈ। ਉਛਾਲ ਬਲ ਕਿੱਥੇ ਹੁੰਦਾ, ਇਹ ਕੀ ਹੈ, ਪਾਣੀ ਦੇ ਵਿੱਚ, ਫਲੂਇਡ ਦੇ ਵਿੱਚ ਯੂਜ਼ ਕੀਤਾ ਜਾਂਦਾ। ਪਹਿਲਾਂ ਆਪਾਂ ਦੀ ਡੈਫੀਨੇਸ਼ਨ ਪੜ੍ਹਦੇ ਹਾਂ, ਬਾਇਓਂਸੀ ਔਰ ਅਪ ਥਰਸਟ, ਕਿਉਂਕਿ ਇਹ ਉੱਪਰ ਵੱਲ ਨੂੰ ਲੱਗਦੀ ਹੈ, ਪਾਣੀ ਦੇ ਵਿੱਚੋਂ ਉੱਪਰ ਵੱਲ ਨੂੰ ਇਹ ਫੋਰਸ ਲੱਗਦੀ ਹੈ, ਇਸ ਕਰਕੇ ਇਹਨੂੰ ਅਪ ਥਰਸਟ ਵੀ ਕਹਿੰਦੇ ਆ। ਇਜ਼ ਐਨ ਅਪਵਰਡ ਫੋਰਸ ਐਗਜ਼ਰਟਡ ਬਾਈ ਫਲੂਇਡ ਯਾਨੀ ਕਿ ਪਾਣੀ ਵਗੈਰਾ ਜਾਂ ਫਲੂਇਡ ਲਾਉਂਦੇ ਨੇ ਜਿਹਦੇ ਵਿੱਚ ਆਪਾਂ ਕੋਈ ਚੀਜ਼ ਪਾਈ ਹੈ, ਦੈਟ ਅਪੋਜ਼ ਦਾ ਵੇਟ ਆਫ ਪਾਰਸ਼ੀਅਲੀ ਔਰ ਫੁੱਲੀ ਇਮਰਸਡ ਆਬਜੈਕਟ। ਇਹ ਕੀ ਹੁੰਦਾ, ਇਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਵੇਂ ਆਹ ਆਬਜੈਕਟ ਆਪਣੇ ਕੋਲੇ, ਠੀਕ ਹੈ, ਇਹਦੇ ਉੱਪਰ ਨੀਚੋਂ ਫਲੂਇਡ ਕੀ ਹੈ, ਬਾਇਓਂਸੀ ਫੋਰਸ ਲਾ ਰਿਹਾ, ਜਿਹਨੂੰ ਜਿਹੜਾ ਕੀ ਹੈ, ਇਹ ਆਬਜੈਕਟ ਹੈ ਜਾਂ ਤਾਂ ਪੂਰੀ ਤਰ੍ਹਾਂ ਨਾਲ ਇਹਦੇ ਵਿੱਚ ਡੁੱਬਿਆ ਹੋਇਆ ਜਾਂ ਪਾਰਸ਼ੀਅਲੀ ਥੋੜ੍ਹਾ ਜਿਹਾ ਡੁੱਬਿਆ ਹੋਇਆ, ਤਾਂ ਇਹਨੂੰ ਉੱਪਰ ਕੌਣ ਚੁੱਕ ਰਿਹਾ, ਬਾਇਓਂਸੀ ਫੋਰਸ, ਉਛਾਲ ਵਾਲਾ ਜਿਹੜਾ ਇਹਨੂੰ ਉੱਪਰ ਨੂੰ ਧੱਕਾ ਦੇ ਰਿਹਾ, ਠੀਕ ਹੈ, ਨੀਚੋਂ ਲੱਗ ਰਿਹਾ ਜਿਹੜਾ। ਤਾਂ ਇਹ ਕੀ ਆ, ਫਲੂਇਡ ਜਿਹੜਾ ਅਪੋਜ਼ਿਟ ਵੇਟ ਦੇ ਵਿੱਚ ਕਰਦਾ, ਜਿਹੜੀ ਕਿ ਚੀਜ਼ ਵਿੱਚ ਡੁੱਬੀ ਹੋਈ ਆ। ਸੈਕੰਡ ਪੁਆਇੰਟ ਹੈਗਾ, ਇਹਦੀ SI ਯੂਨਿਟ ਕੀ ਹੈ, ਨਿਊਟਨ, ਕਿਉਂਕਿ ਇਹ ਵੀ ਇੱਕ ਬਲ ਹੀ ਹੈ, ਇੱਕ ਫੋਰਸ ਹੀ ਹੈ, ਤਾਂ ਕਰਕੇ ਇਹਦੀ ਯੂਨਿਟ ਵੀ ਕੀ ਹੈ, ਫੋਰਸ ਵਾਲੀ ਹੈ, ਨਿਊਟਨ। ਇੱਕ ਆਪਾਂ ਯਾਦ ਰੱਖਣਾ ਕਿ ਜਿਹੜਾ ਬਾਇਓਂਸੀ ਫੋਰਸਿਸ ਆ ਉਹ 3 ਤਰ੍ਹਾਂ ਦੀਆਂ ਹੁੰਦੀਆਂ ਨੇ, ਪੋਜ਼ੀਟਿਵ, ਨੈਗੇਟਿਵ ਤੇ ਨਿਊਟਰਲ। ਇੱਕ ਤਾਂ ਹੈਗਾ ਕਿ ਜਿਹੜਾ ਆਬਜੈਕਟ ਵਿੱਚ ਪਿਆ ਫਲੂਇਡ ਦੇ, ਉਹ 'ਤੇ ਕੋਈ ਫਰਕ ਨਹੀਂ ਪੈ ਰਿਹਾ, ਮਤਲਬ ਕਿ ਬਾਇਓਂਸੀ ਫੋਰਸ ਨਿਊਟਰਲ ਹੈ, ਕੁਛ ਵੀ ਨਹੀਂ। ਇੱਕ ਹੈਗਾ ਨੈਗੇਟਿਵ, ਕਿ ਉਹਨੂੰ ਉੱਪਰ ਨੂੰ ਨਹੀਂ ਚੱਕ ਰਿਹਾ,
ਉਹਨੂੰ ਵਿੱਚ ਡੁਬੋ ਰਿਹਾ, ਸ਼ਰਿੰਕ ਕਰ ਰਿਹਾ, ਉਹ ਕੀ ਹੋ ਜੂ ਨੈਗੇਟਿਵ। ਇੱਕ ਪੋਜ਼ਿਟਿਵ ਕਿ ਮਤਲਬ ਕਿ ਅਪ ਥਰਸਟ ਮੂਵ ਕਰਵਾ ਰਿਹਾ, ਠੀਕ ਹੈ, ਮੇਨਟੇਨ ਕਰ ਰਹੇ ਆ, ਉਹ ਕੀ ਹੋ ਜੂ ਪੋਜ਼ਿਟਿਵ। ਐਗਜ਼ਾਮਪਲਸ ਕੀ ਨੇ, ਬੁਇਐਂਸੀ ਫੋਰਸ ਕਿੱਥੇ ਯੂਜ਼ ਕੀਤੀ ਜਾਂਦੀ ਆ, ਵੈਨ ਆ ਬੋਟ ਫਲੋਟ ਇਨ ਵਾਟਰ, ਜਿਵੇਂ ਕਿਸ਼ਤੀਆਂ ਨੇ ਜਿਹੜੀਆਂ ਪਾਣੀ ਦੇ ਵਿੱਚ ਤੈਰਦੀਆਂ ਨੇ, ਉਹ ਕਾਹਦੇ ਕਰਕੇ ਤੈਰਦੀਆਂ ਨੇ, ਡੁੱਬਦੀਆਂ ਕਿਉਂ ਨਹੀਂ, ਕਿਉਂਕਿ ਨੀਚੇ ਉਹਨਾਂ 'ਤੇ ਜਿੰਨਾ ਕਿਸ਼ਤੀ ਦਾ ਵੇਟ ਹੈ ਉਨਾ ਪਾਣੀ ਕੀ ਆ ਉਹਨਾਂ ਨੇ ਡਿਸਪਲੇਸ ਕਰਤਾ, ਪਰਾਂ ਕਰਤਾ, ਤਾਂ ਹੀ ਕਰਕੇ ਜਿਹੜੀ ਕਿਸ਼ਤੀ ਆ ਇੱਥੇ ਤੈਰ ਰਹੀ ਹੈ। ਨੈਕਸਟ ਆਪਣੇ ਕੋਲ ਕੁਐਸਚਨ ਹੈ, ਵਿਚ ਆਬਜੈਕਟ ਫਲੋਟ ਔਰ ਸ਼ਰਿੰਕ ਵੈਨ ਪਲੇਸਡ ਔਨ ਦਾ ਸਰਫੇਸ ਆਫ ਦਾ ਵਾਟਰ। ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਪਾਣੀ ਦੇ ਵਿੱਚ ਡੁੱਬ ਜਾਣਗੀਆਂ, ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਪਾਣੀ 'ਤੇ ਤੈਰਨਗੀਆਂ, ਕਿਵੇਂ ਪਤਾ ਚੱਲੂ। ਜਿਹੜਾ ਵਾਟਰ ਹੈ ਉਹਦੀ ਡੈਂਸਿਟੀ ਹੁੰਦੀ ਆ 1, 4 ਡਿਗਰੀ ਸੈਲਸੀਅਸ 'ਤੇ ਇਹਦੀ ਡੈਂਸਿਟੀ ਹੁੰਦੀ ਆ 1, ਠੀਕ ਹੈ। ਤਾਂ ਜਿਹੜੀਆਂ ਚੀਜ਼ਾਂ ਦੀ ਡੈਂਸਿਟੀ ਤਾਂ ਘੱਟ ਹੋਊ ਪਾਣੀ ਤੋਂ, ਉਹ ਕੀ ਕਰਨਗੀਆਂ, ਫਲੋਟ ਕਰਨਗੀਆਂ, ਤੈਰਨਗੀਆਂ, ਅਤੇ ਜਿਨ੍ਹਾਂ ਦੀ ਡੈਂਸਿਟੀ ਪਾਣੀ ਤੋਂ ਜ਼ਿਆਦਾ ਹੋਊ, ਘਣਤਾ ਜ਼ਿਆਦਾ ਗਾੜੀਆਂ ਹੋਣਗੀਆਂ ਪਾਣੀ ਤੋਂ, ਉਹ ਕੀ ਵਿੱਚ ਡੁੱਬ ਜਾਣਗੀਆਂ। ਕਲੀਅਰ। ਬਾਕੀ ਡਿਪੈਂਡ ਕਰਦਾ ਵੇਟ ਦੇ ਉੱਪਰ ਕਿ ਕਿੰਨੇ ਏਰੀਏ ਦੇ ਵਿੱਚ ਕਿੰਨਾ ਵੇਟ ਲੱਗ ਰਿਹਾ, ਜਿਵੇਂ ਜਿੰਨਾ ਵੇਟ ਦੇ ਵਿੱਚ ਲੱਗ ਰਿਹਾ ਜੇ ਉਨੀ ਹੀ ਫੋਰਸ ਨੀਚੋਂ ਲੱਗ ਰਹੀ ਹੈ ਤਾਂ ਉਹ ਚੀਜ਼ ਨਹੀਂ ਡੁੱਬੂਗੀ। ਨੈਕਸਟ ਆਪਣੇ ਕੋਲ ਹੈਗਾ ਆਰਕੀਮਿਡ ਪ੍ਰਿੰਸੀਪਲ। ਆਰਕੀਮਿਡਸ ਪ੍ਰਿੰਸੀਪਲ ਇਸੇ ਪ੍ਰਿੰਸੀਪਲ ਨੇ ਆਪਾਂ ਨੂੰ ਦੱਸਿਆ ਸੀ ਬੁਇਐਂਸੀ ਫੋਰਸ ਦੇ ਬਾਰੇ। ਇਸੇ ਨੇ ਕਿਹਾ ਸੀ ਕਿ ਜਿਹੜੀ ਬੁਇਐਂਸੀ ਫੋਰਸ ਲੱਗਦੀ ਹੈ ਕਿਸੇ ਵੀ ਬੋਡੀ ਦੇ ਉੱਪਰ ਜਿਹੜੀ ਆਪਾਂ ਫਲੂਇਡ ਦੇ ਵਿੱਚ ਪਾਉਂਦੇ ਹਾਂ, ਚਾਹੇ ਉਹ ਪੂਰੀ ਤਰ੍ਹਾਂ ਨਾਲ ਡੁੱਬੀ ਹੋਵੇ ਚਾਹੇ ਥੋੜ੍ਹੀ ਮੋਟੀ ਵਿੱਚ ਡੁੱਬੀ ਹੋਵੇ, ਅਤੇ ਕਿੰਨੀ ਬੁਇਐਂਸੀ ਫੋਰਸ ਲੱਗੂ, ਜਿੰਨਾ ਉਸ ਬੋਡੀ ਦਾ ਵੇਟ ਹੈ, ਠੀਕ ਹੈ। ਤਾਂ ਇਹ ਕਹਿੰਦਾ ਵੀ ਫੋਰਸ ਕਿੰਨੀ ਲੱਗੂਗੀ, ρ G V, ਵੋਲੀਅਮ ਕਿੰਨੀ ਆ ਚੀਜ਼ ਦੀ, ਉਹਦੇ ਉੱਤੇ ਗ੍ਰੈਵਿਟੀ ਦਾ ਕਿੰਨਾ ਪ੍ਰਭਾਵ ਪੈ ਰਿਹਾ ਅਤੇ ਉਹਦੀ ਡੈਂਸਿਟੀ ਕਿੰਨੀ ਆ, ਠੀਕ ਹੈ। ਬੁਇਐਂਸੀ ਫੋਰਸ ਬਿਲਕੁਲ ਉਹਦੇ ਬਰਾਬਰ ਹੋਊਗੀ, ਅਤੇ ਮਾਈਨਸ ਕਿਉਂ ਲਗਾਇਆ, ਕਿਉਂਕਿ ਉਲਟੀ ਦਿਸ਼ਾ ਦੇ ਵਿੱਚ ਲੱਗੂਗੀ, ਠੀਕ ਹੈ। ਜਿੱਧਰ ਨੂੰ ਚੀਜ਼ ਆ ਉਹਦੇ ਨੀਚੋਂ ਉਲਟੀ ਦਿਸ਼ਾ ਦੇ ਵਿੱਚ ਲੱਗੂ, ਜਿਸ ਕਰਕੇ ਮਾਈਨਸ ਆਇਆ। ਨੈਕਸਟ ਆਪਣੇ ਕੋਲ ਹੈਗਾ ਐਗਜ਼ਾਮਪਲ। ਐਗਜ਼ਾਮਪਲ ਆਪਾਂ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਜਿਹੜੀ ਸ਼ਿਪ ਹੈ ਉਹ ਕਿਉਂ ਫਲੋਟ ਕਰਦੀ ਆ, ਕਿਉਂਕਿ ਜਿਹੜੀ ਬੁਇਐਂਸੀ ਫੋਰਸ ਲੱਗ ਰਹੀ ਆ ਉਹਦੇ ਵੇਟ ਦੇ ਬਰਾਬਰ ਹੈ, ਜਿੰਨਾ ਵੇਟ ਸ਼ਿਪ ਦੇ ਵਿੱਚ ਹੈਗਾ ਉਨਾ ਹੀ ਕੀ ਹੈ ਵਾਟਰ ਵੀ ਡਿਸਪਲੇਸ ਹੋ ਰਿਹਾ ਹੈ, ਇਸ ਕਰਕੇ ਕੀ ਆ ਉਹ ਉਹਦੇ ਉੱਪਰ ਤੈਰਦੀ ਹੈ। ਨੈਕਸਟ ਆਪਣੇ ਕੋਲ ਹੈਗਾ ਰਿਲੇਟਿਵ ਡੈਂਸਿਟੀ। ਰਿਲੇਟਿਵ ਡੈਂਸਿਟੀ ਜਿਹਨੂੰ ਆਪਾਂ ਕਹਿੰਦੇ ਹਾਂ ਘਣਤਾ, ਸੰਬੰਧਿਤ ਘਣਤਾ, ਮਤਲਬ ਕਿ ਆਪਾਂ ਕਿਸੇ ਚੀਜ਼ ਨੂੰ ਇਹ ਦੇਖਣਾ ਕਿ ਇਹ ਕਿੰਨਾ ਕੁ ਗਾੜਾ ਹੈ, ਤਾਂ ਆਪਾਂ ਕਿਸੇ ਦੂਜੀ ਨਾਲ ਕੰਪੇਅਰ ਕਰਕੇ ਦੇਖਾਂਗੇ। ਜਿਸ ਤਰ੍ਹਾਂ ਆਪਾਂ ਕੋਈ ਚੀਜ਼ ਤੋਲਦੇ ਹਾਂ ਤਾਂ ਆਪਾਂ ਬੱਟਿਆਂ ਦੇ ਨਾਲ ਕੰਪੇਅਰ ਕਰਕੇ ਦੇਖਦੇ ਹਾਂ ਵੀ ਕਿੰਨੇ ਕਿਲੋ ਦਾ ਕਿੰਨਾ। ਇਸੇ ਤਰ੍ਹਾਂ ਨਾਲ ਡੈਂਸਿਟੀ ਨੂੰ ਵੀ ਆਪਾਂ ਕੰਪੇਅਰ ਕਰਕੇ ਦੇਖਾਂਗੇ ਕਿਸੇ ਸਟੈਂਡਰਡ ਚੀਜ਼ ਦੇ ਨਾਲ। ਸਟੈਂਡਰਡ ਚੀਜ਼ ਆਪਾਂ ਨੇ ਕੀ ਮੰਨੀ ਹੋਈ ਹੈ, ਵਾਟਰ ਨੂੰ ਆਪਾਂ ਸਟੈਂਡਰਡ ਮੰਨਦੇ ਹਾਂ ਵੀ 4 ਡਿਗਰੀ ਸੈਲਸੀਅਸ 'ਤੇ ਜਿਹੜਾ ਵਾਟਰ ਹੈ ਉਹਦੀ ਡੈਂਸਿਟੀ ਹੁੰਦੀ ਆ 1, ਠੀਕ ਹੈ। ਤਾਂ ਕਰਕੇ ਵਾਟਰ ਨੂੰ ਸਟੈਂਡਰਡ ਮੰਨਦੇ ਆ, ਵਾਟਰ ਦੇ ਨਾਲ ਬਾਕੀ ਸਾਰੀਆਂ ਚੀਜ਼ਾਂ ਦਾ ਆਪਾਂ ਪਾਣੀ ਦੇ ਨਾਲ ਹੀ ਕੰਪੇਅਰ ਕਰਦੇ ਹਾਂ ਡੈਂਸਿਟੀ। ਹੁਣ ਆਪਾਂ ਨੂੰ ਸਭ ਤੋਂ ਇੰਪੋਰਟੈਂਟ ਪੁਆਇੰਟ ਆ ਜਿਹੜਾ ਉਹ ਹੈਗਾ ਰਿਲੇਟਿਵ ਡੈਂਸਿਟੀ ਦੀ ਕੋਈ ਵੀ ਯੂਨਿਟ ਨਹੀਂ ਹੁੰਦੀ। ਰਿਲੇਟਿਵ ਡੈਂਸਿਟੀ ਦੀ ਕੋਈ ਵੀ ਯੂਨਿਟ ਕਿਉਂ ਨਹੀਂ ਹੈਗੀ, ਕਿਉਂਕਿ ਦੇਖੋ ਰਿਲੇਟਿਵ ਡੈਂਸਿਟੀ ਕੀ ਹੈ, ਡੈਂਸਿਟੀ ਅਪੋਨ ਡੈਂਸਿਟੀ, ਤਾਂ ਯੂਨਿਟਾਂ ਕੈਂਸਲ ਹੋ ਗਈਆਂ, ਇਹਦਾ ਮਤਲਬ ਨੋ ਯੂਨਿਟ, ਕੋਈ ਵੀ ਯੂਨਿਟ ਹੈ ਜਿਹੜੀ ਰਿਲੇਟਿਵ ਡੈਂਸਿਟੀ ਦੀ ਨਹੀਂ ਹੁੰਦੀ। ਨੈਕਸਟ ਇਹਦੀਆਂ ਐਗਜ਼ਾਮਪਲਸ ਨੇ ਆਪਣੇ ਕੋਲੇ। ਰਿਲੇਟਿਵ ਡੈਂਸਿਟੀ ਕੀ ਹੁੰਦੀ ਆ, ਦ ਰਿਲੇਟਿਵ ਡੈਂਸਿਟੀ ਪਿਓਰ ਵਾਟਰ ਦੀ ਕਿੰਨੀ ਆ 1 ਹੁੰਦੀ ਆ, ਆਪਾਂ ਪੜ੍ਹਿਆ ਹੈ। ਇਸ ਨਾਲ ਹੀ ਆਪਾਂ ਸਾਰਿਆਂ ਨੂੰ ਕੰਪੇਅਰ ਕਰਦੇ ਹਾਂ। ਜਿਵੇਂ ਰਿਲੇਟਿਵ ਡੈਂਸਿਟੀ ਜਿਹੜੀ ਆਇਰਨ ਦੀ ਹੈ ਇੰਨੀ ਹੁੰਦੀ ਹੈ, ਆਇਰਨ ਕੀ ਹੈਵੀ ਹੁੰਦਾ ਕਿਉਂਕਿ 1 ਤੋਂ ਜ਼ਿਆਦਾ ਹੋਈ ਇਹਦੀ ਡੈਂਸਿਟੀ, ਇਸੇ ਕਰਕੇ ਇਹ ਪਾਣੀ ਦੇ ਵਿੱਚ ਡੁੱਬ ਜਾਂਦਾ, ਸ਼ਰਿੰਕ ਕਰ ਜਾਂਦਾ, ਵਿੱਚ ਡੁੱਬ ਜਾਂਦਾ ਆਇਰਨ ਯਾਨੀ ਕਿ ਲੋਹਾ। ਨੈਕਸਟ ਆਪਣੇ ਕੋਲ ਹੈਗਾ ਕੈਪਲਰਸ ਲਾ। ਕੈਪਲਰ ਇੱਕ ਸਾਇੰਟਿਸਟ ਸੀ ਜਿਹਨੇ ਕੁਛ ਆਪਣੇ ਪਲੈਨੇਟਰੀ ਮੋਸ਼ਨ ਦੇ ਲਾ ਦਿੱਤੇ ਸੀ, ਗ੍ਰਹਿਾਂ ਦੇ ਬਾਰੇ ਦੱਸਿਆ ਸੀ ਕਿ ਗ੍ਰਹਿ ਨੇ ਜਿਹੜੇ ਸੂਰਜ ਦੇ ਦੁਆਲੇ ਕਿਵੇਂ ਘੁੰਮਦੇ ਆ, ਠੀਕ ਹੈ। ਇਹ ਦੱਸੇ ਸੀ ਇਹਨੇ 3 ਲਾ ਦਿੱਤੇ ਸੀ। ਇਹਦਾ ਫਸਟ ਲਾ ਹੈਗਾ ਸੀ ਪਲੈਨਟ ਮੂਵ ਇਨ ਐਲਿਪਟੀਕਲ ਔਰਬਿਟ ਅਰਾਊਂਡ ਦਾ ਸਨ ਵਿਦ ਦਾ ਸਨ ਐਟ ਵਨ ਆਫ ਇਟ ਦਾ 2 ਫੋਕਾਈ ਆਫ ਦਾ ਐਲਿਪਟੀਕਲ ਔਰਬਿਟ। ਇਹਨੇ ਕਿਹਾ ਸੀ ਕਿ ਜਿਸ ਤਰ੍ਹਾਂ ਨਾਲ ਕੋਈ ਐਲਿਪਟੀਕਲ ਪਾਥ ਹੈ ਜਿਹਦੇ ਵਿੱਚ 2 ਫੋਕਸ ਨੇ, ਫੋਕਸ F1 ਅਤੇ F2, ਠੀਕ ਹੈ। ਇਹਨਾਂ 'ਚੋਂ ਇੱਕ ਫੋਕਸ ਦੇ ਉੱਪਰ ਕੀ ਹੈ, ਸਨ ਹੈ, ਸੂਰਜ ਹੈ, ਅਤੇ ਬਾਕੀ ਗ੍ਰਹਿ ਨੇ ਜਿਹੜੇ ਇਹਨਾਂ ਦੇ ਆਲੇ ਦੁਆਲੇ ਸਾਰੇ ਚੱਕਰ ਲਗਾਉਂਦੇ ਆ ਸੂਰਜ ਦੇ ਦੁਆਲੇ ਔਰਬਿਟਾਂ ਦੇ ਵਿੱਚ, ਘੇਰਿਆਂ ਦੇ ਵਿੱਚ, ਠੀਕ ਹੈ। ਪਹਿਲਾ ਲਾ ਇਹ ਦੱਸਿਆ ਸੀ ਇਹਨੇ ਕਿ ਸਾਰੇ ਜਿਹੜੇ ਗ੍ਰਹਿ ਨੇਗੇ ਉਹ ਇੱਕ ਐਲਿਪਟੀਕਲ ਪਾਥ ਦੇ ਵਿੱਚ, ਅੰਡਾਕਾਰ ਪਾਥ ਦੇ ਵਿੱਚ ਕੀ ਹੈ ਸੂਰਜ ਦੇ ਦੁਆਲੇ ਘੁੰਮਦੇ ਆ, ਠੀਕ ਹੈ। ਸੈਕਿੰਡ ਜਿਹੜਾ ਲਾ ਹੈਗਾ ਸੀ ਈਚ ਪਲੈਨਟ ਰਿਵੋਲਵ ਅਰਾਊਂਡ ਦਾ ਸਨ ਇਨ ਸੱਚ ਅ ਵੇ that the line joining the planet to the sun sweep over equal area in equal interval of time. It means that a planet move fast when it close to the sun and move slowly when away from the sun. ਕਿ ਜਦੋਂ ਕੋਈ ਵੀ ਪਲੈਨਟ ਸੂਰਜ ਦੇ ਕੋਲੇ ਹੁੰਦਾ ਤਾਂ ਉਹ ਜਲਦੀ ਮੂਵ ਕਰਦਾ ਹੈ, ਜਲਦੀ ਲੰਘਦਾ ਹੈ,
ਤੇ ਸੂਰਜ ਤੋਂ ਦੂਰ ਹੁੰਦਾ ਤਾਂ ਹੌਲੀ ਹੌਲੀ ਮੂਵ ਕਰਦਾ। ਕਿਵੇਂ ਸਮਝ ਲੱਗੂ ਆਪਾਂ ਨੂੰ? ਇਸ ਡਾਇਗਰਾਮ ਤੋਂ ਦੇਖੋ ਕਿ ਜਿਵੇਂ ਆਪਣੇ ਕੋਲ ਆ ਸੈਂਟਰ ਦੇ ਵਿੱਚ ਕੀ ਹੈ, ਸੂਰਜ ਹੈ, ਠੀਕ ਹੈ, ਇਹਦੇ ਆਲੇ ਦੁਆਲੇ ਕੀ ਹੈ, ਇਸ ਪਾਥ ਦੇ ਉੱਪਰ ਕੀ ਹੈ, ਗ੍ਰਹਿ ਮੂਵ ਕਰਦੇ ਆ। ਤਾਂ ਆਪਾਂ ਨੇ ਦੇਖਿਆ ਕਿ ਆਹ ਪੁਆਇੰਟ ਜਿਹੜਾ ਆਹ ਵਾਲਾ ਏਰੀਆ ਹੈ, ਆਹ ਵਾਲਾ ਇੱਕ ਹੀ ਸੂਰਜ ਤੋਂ ਦੂਰ ਹੈ, ਜਿੱਥੇ ਆਪਣੇ ਕੋਲੇ T2 ਟਾਈਮ ਲੱਗ ਰਿਹਾ। ਆਹ ਵਾਲਾ ਕੀ ਸੂਰਜ ਦੇ ਨੇੜੇ ਹੈ, ਇੱਥੇ T1 ਟਾਈਮ ਲੱਗ ਰਿਹਾ। ਤਾਂ ਜਿਹੜੇ ਵੀ ਦੋ ਏਰੀਏ ਆਪਾਂ ਇੱਕੋ ਜਿਹੇ ਟਾਈਮ ਦੇ ਵਿੱਚ ਲਵਾਂਗੇ, ਮੰਨ ਲਓ ਇੱਥੇ ਵੀ 1 ਆਰ ਹੈ, ਇੱਥੇ ਵੀ 1 ਆਰ ਹੈ, ਤਾਂ ਉਹਨਾਂ ਦੇ ਵਿਚਲਾ ਜਿਹੜਾ ਆਹ ਏਰੀਆ ਹੋਊਗਾ ਉਹ ਵੀ ਕੀ ਹੋਊਗਾ, ਬਰਾਬਰ ਹੋਊਗਾ। ਸੇਮ ਟਾਈਮ ਦੇ ਵਿੱਚ, ਸੇਮ ਟਾਈਮ ਇੰਟਰਵਲ ਦੇ ਵਿੱਚ ਏਰੀਆ ਵੀ ਕੀ ਹੋਊਗਾ, ਇਕੁਅਲ ਹੋਊਗਾ। ਇਕੁਅਲ ਏਰੀਆ ਇਨ ਇਕੁਅਲ ਇੰਟਰਵਲ ਆਫ ਟਾਈਮ। ਆਪਾਂ ਇਹ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਨਾਲ ਆਪਾਂ ਨੇ ਦੋ ਟ੍ਰਾਇੰਗਲਾਂ ਲੈ ਲਈਆਂ, AOB ਲੈ ਲਈ ਅਤੇ ਇੱਧਰੋਂ ਲੈ ਲਿਆ POQ, ਇਹ ਵਾਲਾ ਏਰੀਆ ਲੈ ਲਿਆ, ਤਾਂ AOB ਦੇ ਵਿੱਚ ਏਰੀਆ ਜਿੰਨਾ ਉਨਾ ਹੀ ਇਹਦੇ ਵਿੱਚ ਹੋਊਗਾ, ਠੀਕ ਹੈ। ਇਹੀ ਕੀ ਹੈ, ਸੈਕਿੰਡ ਲਾ ਸੀ। ਥਰਡ ਲਾ ਆਪਾਂ ਨੂੰ, ਥਰਡ ਲਾ ਦੇ ਵਿੱਚ MCQ ਵੀ ਆ ਜਾਂਦਾ ਹੈ ਕਿ ਕੈਪਲਰ ਦਾ ਥਰਡ ਲਾ ਕੀ ਸੀ, ਜਾਂ ਉਹਦੇ ਵਿੱਚ ਟਾਈਮ ਦਾ ਕੀ ਆ, ਡਿਸਟੈਂਸ ਨਾਲ ਕੀ ਰਿਲੇਸ਼ਨ ਸੀ। ਤਾਂ ਥਰਡ ਲਾ ਹੈਗਾ ਸੀ ਆਪਣੇ ਕੋਲੇ, ਦ ਕਿਊਬ ਆਫ ਦ ਮੀਨ ਡਿਸਟੈਂਸ ਆਫ ਪਲੈਨਟ ਫਰੋਮ ਦ ਸਨ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦ ਸਕੇਅਰ ਆਫ ਟਾਈਮ। ਜਿਹੜਾ ਡਿਸਟੈਂਸ ਸੀ R, ਉਹ ਸਕੇਅਰ ਆਫ ਟਾਈਮ ਦੇ ਨਾਲ ਪ੍ਰਪੋਰਸ਼ਨਲ ਸੀ। ਆਪਣੇ ਕੋਲੇ ਕੀ ਹੈ, ਥਰਡ ਲਾ ਦੀ ਜਿਹੜੀ ਇਹ ਫਾਰਮੂਲਾ ਹੈ, T ਸਕੇਅਰ ਡਾਇਰੈਕਟਲੀ ਪ੍ਰਪੋਰਸ਼ਨਲ ਟੂ R ਕਿਊਬ। ਆਪਾਂ ਨੂੰ ਪਤਾ ਕਿ ਪ੍ਰਪੋਰਸ਼ਨੈਲਿਟੀ ਦਾ ਸਾਈਨ ਹਟਾ ਕੇ ਆਪਾਂ ਕੋਈ ਵੀ ਕੌਂਸਟੈਂਟ ਲਾ ਦਿੰਦੇ ਹਾਂ, ਠੀਕ ਹੈ। ਤਾਂ ਕੌਂਸਟੈਂਟ ਦੀ ਵੈਲਿਊ ਕੀ ਆ ਗਿਆ, ਇੱਧਰ ਆ ਕੇ ਡਿਵਾਈਡ 'ਚ ਹੋ ਗਿਆ, T ਸਕੇਅਰ ਅਪੋਨ R ਕਿਊਬ ਇਜ਼ ਇਕਲਸ ਟੂ ਕੌਂਸਟੈਂਟ। ਇਹ ਤਿੰਨੋਂ ਸੀ ਜੋ ਕੈਪਲਰ ਦੇ ਲਾ ਸੀਗੇ। ਆਪਣਾ ਜੋ ਗ੍ਰੈਵੀਟੇਸ਼ਨ ਚੈਪਟਰ ਹੈ ਇੱਥੇ ਕੰਪਲੀਟ ਹੁੰਦਾ ਹੈ। ਨੈਕਸਟ ਵੀਡੀਓ ਦੇ ਵਿੱਚ ਆਪਾਂ ਇਹਦੇ ਕੁਛ MCQ ਡਿਸਕਸ ਕਰਾਂਗੇ। ਆਈ ਹੋਪ ਤੁਹਾਨੂੰ ਸਭ ਨੂੰ ਸਮਝ ਆਇਆ ਹੋਊਗਾ। ਅਗਰ ਵੀਡੀਓਜ਼ ਅੱਛੀਆਂ ਲੱਗ ਰਹੀਆਂ ਨੇ ਤਾਂ ਵੀਡੀਓਜ਼ ਨੂੰ ਲਾਈਕ ਕਰਿਆ ਕਰੋ, ਬੈਲ ਆਈਕਨ ਨੂੰ ਦਬਾਓ ਤਾਂ ਜੋ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚੇ। ਚੈਨਲ ਨੂੰ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ। ਥੈਂਕ ਯੂ।